ਪਹਿਲਾਂ ਵੀ ਮੇਰੇ ਖਿਆਲ ਨਾਲ 100 ਤੋਂ ਵੀ ਵੱਧ ਕਰੋੜ ਰੁਪਏ ਦੀ ਲਾਗਤ ਨਾਲ, ਸ਼ਾਇਦ 160 ਕੇ 70 ਰੁਪਏ, ਮੈਨੂੰ ਐਗਜ਼ੈਕਟ ਨਹੀਂ ਯਾਦ, ਬਟ ਸ਼ਾਇਦ 107 ਕੇ 170 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਜਦੋਂ ਬਣਵਾਇਆ ਸੀ, ਉਦੋਂ ਵੀ ਬੀਬੀ ਭੱਠਲ ਨਹੀਂ ਬਣਵਾਇਆ ਸੀ, ਉਦੋਂ ਵੀ ਕੋਈ ਹੱਥ ਨਹੀਂ ਸੀ ਪਾਉਂਦਾ ਵੀ ਜਦੋਂ ਉਹਨੂੰ ਇਹ ਪੂਰਾ ਹੋਣਾ ਉਦੋਂ ਨੂੰ ਸਰਕਾਰ ਬਦਲ ਜੂ, ਕ੍ਰੈਡਿਟ ਦੂਜੀ ਸਰਕਾਰ ਲੈ ਜੂ। ਪਰ ਸਾਨੂੰ ਦੁੱਖ ਦੀ ਇਹ ਗੱਲ ਹੈ ਵੀ ਉਸ ਤੋਂ ਬਾਅਦ 10 ਸਾਲ ਸਾਡੀ ਅਕਾਲੀ ਦਲ ਦੀ ਸਰਕਾਰ ਰਹੀ ਹੈ, ਵੱਡੇ ਲੀਡਰ ਰਹੇ ਨੇ, ਕਿਉਂਕਿ ਜਿਵੇਂ ਮੈਂ ਦੱਸਿਆ ਮਹਿੰਗਾ ਪ੍ਰੋਜੈਕਟ ਹੈ, ਕੋਈ ਛੋਟਾ ਲੀਡਰ ਤਾਂ ਹੱਥ ਪਾ ਨਹੀਂ ਸਕਦਾ, ਇਹਦੇ ਲਈ ਕੋਈ ਵੱਡਾ ਕੈਬਨਿਟ ਦੇ ਵਿੱਚ ਬੈਠਾ ਲੀਡਰ ਹੀ ਹੱਥ ਪਾ ਸਕਦਾ। ਤਾਂ ਸਾਡੇ ਕੋਲ ਤਾਂ ਵਿੱਤ ਮੰਤਰੀ ਰਿਹਾ, ਤੇ ਵਿੱਤ ਮੰਤਰੀ ਰਿਹਾ ਤੇ ਹੱਥ ਹੀ ਨਿਕਲ ਗਿਆ ਸੀ, ਥੋੜੀ ਜਿਹੀ ਪੂੰਛ ਬਚੀ ਸੀ, ਅਗਰ ਉਹ ਵੀ ਨਾਲ ਕੱਢ ਦਿੰਦੇ ਤੁਸੀਂ ਦੇਖੋਗੇ ਜਿੱਥੇ ਤੱਕ ਸਾਡੀ ਕਾਂਗਰਸ ਪਾਰਟੀ ਬਣਾ ਗਈ ਉੱਥੇ ਤੱਕ ਖੜਾ, 1 ਇੰਚ ਵੀ ਘੱਗਰ ਉਸ ਤੋਂ ਅੱਗੇ ਵਧਿਆ ਨਹੀਂ, ਹਾਲਾਂਕਿ ਥੋੜੇ ਜਿਹੇ 2-4 ਪਿੰਡ ਹੀ ਰਹਿੰਦੇ ਆ ਕਵਰ ਕਰਨੇ। ਹੋਇਆ ਵੀ ਉੱਦਾਂ ਹੀ, ਪ੍ਰੋਜੈਕਟ ਅਪਰੂਵ ਅਸੀਂ ਕਰਾਇਆ, ਪੇਮੈਂਟ ਅਸੀਂ ਲਿਆਂਦੀ, ਪੈਸੇ ਅਸੀਂ ਦਿੱਤੇ, ਕੰਮ ਅਸੀਂ ਸ਼ੁਰੂ ਕਰਾਇਆ, ਪਰ ਉਹ ਮੁਕੰਮਲ ਅਕਾਲੀ ਦਲ ਦੀ ਸਰਕਾਰ 'ਚ ਹੋ ਗਿਆ, ਉਹ ਇਕੱਲਾ ਪੱਥਰ ਲਾ ਕੇ ਮੁੜ ਕੇ ਇਹਦਾ ਕ੍ਰੈਡਿਟ ਲੈਂਦੇ ਫਿਰਦੇ ਆ। ਕਿਉਂਕਿ ਇਕੱਲੀ ਮਿੱਟੀ ਨਾਲ ਵੀ ਕੰਮ ਨਹੀਂ ਸਰਨਾ, ਇਹਦੇ ਅੰਦਰ ਬੈਟਰ ਇਹ ਹੈ ਜੇ ਥੋੜੀ ਜਿਹੀ ਟੈਕਨੋਲੋਜੀ ਆਪਾਂ ਅਪਗ੍ਰੇਡ ਕਰਕੇ ਪ੍ਰੋਪਰ ਜਾਲ ਪਾ ਕੇ ਉੱਤੇ ਥੋੜਾ ਜਿਹਾ ਪੱਕਾ ਮਟੀਰੀਅਲ ਪਾਇਆ ਜਾਵੇ। ਨਹੀਂ, ਉਹ ਟੈਕਨੋਲੋਜੀ ਤਾਂ ਹੈਗੀ ਆ, ਉਹਦੇ ਲਈ ਫੰਡਸ ਦੀ ਜ਼ਰੂਰਤ ਹੈ। ਟੈਕਨੋਲੋਜੀ ਤਾਂ ਅੱਜ ਵੀ ਹੈਗੀ ਹੈ ਵੀ ਆਪਾਂ ਥੋੜਾ ਜਿਹਾ ਬੈਟਰ ਉਹਦੇ ਅੰਦਰ ਸਮਾਨ ਪਾ ਦਈਏ, ਕਿਉਂਕਿ ਮਿੱਟੀ ਪਾ ਦਿੰਦੇ ਆ ਰੁੜ ਜਾਂਦੀ ਹੈ, ਠੀਕ ਹੈ ਨਾ, ਬਟ ਬੈਟਰ ਹੈ। ਤਾਂ ਉਹਦੇ ਲਈ ਸਾਡੀ ਜਿਹੜੀ ਰਿਕੁਆਇਰਮੈਂਟ ਗਈ ਹੋਈ ਹੈ ਵੀ ਜਿਵੇਂ ਮੈਂ ਪਹਿਲਾਂ ਕਿਹਾ, ਸਟਰੈਂਥਨਿੰਗ ਆਫ ਬੈਂਕਸ, ਵੀ ਜਿਹੜੀ ਇਹਦੀ ਕਿਨਾਰੀਆਂ ਨੇਗੀਆਂ ਉਹਨਾਂ ਨੂੰ ਤਕੜਾ ਕਰਨ ਲਈ ਇੱਕ ਪ੍ਰੋਜੈਕਟ ਆਲਰੇਡੀ ਸਰਕਾਰ ਕੋਲ ਗਿਆ ਹੋਇਆ ਜਿਹਨੂੰ ਅਸੀਂ ਰੈਗੂਲਰਲੀ ਫੋਲੋ ਕਰ ਰਹੇ ਹਾਂ। ਦੇਖੋ ਜੀ, ਲਹਿਰਾ ਗਾਗਾ ਬੀਬੀ ਜੀ ਦੀ ਦਿਲ 'ਚ ਵੱਸਦਾ, ਬੀਬੀ ਜੀ ਦੀ ਰੂਹ ਹੈ, ਬੀਬੀ ਜੀ ਬਿਲਕੁਲ ਲਹਿਰੇ ਗਾਗੇ ਤੋਂ ਚੋਣ ਲੜਨਗੇ। ਮੈਨੂੰ ਥੋੜ੍ਹੀ ਜਿਹੀ ਨਾਰਾਜ਼ਗੀ ਹੈ ਵੀ ਇਹ ਸਵਾਲ ਉੱਠਦਾ ਹੀ ਕਿਉਂ ਹੈ, ਕਿਉਂਕਿ ਪਹਿਲੀ ਵਾਰੀ ਉੱਠਿਆ ਚਲੋ ਮੰਨਿਆ, ਕਹਿੰਦੇ ਨਾ ਇੱਕ ਵਾਰੀ ਮੈਨੂੰ ਕਮਲਾ ਬਣਾਤਾ ਤੇਰੀ ਗਲਤੀ ਹੈ, 2 ਵਾਰੀ ਮੈਨੂੰ ਕਮਲਾ ਬਣਾਤਾ ਤਾਂ ਮੇਰੀ ਗਲਤੀ ਹੈ। ਇਹ ਤਾਂ 1 ਨਹੀਂ 2 ਨਹੀਂ 3 ਨਹੀਂ, ਕਿੰਨੀ ਵਾਰ ਹੋ ਚੁੱਕਿਆ। ਹਰ ਵਾਰ ਇਹ ਇੱਕ ਜੰਜੂਆ ਛੱਡਿਆ ਜਾਂਦਾ ਹੈ ਕਿ ਬੀਬੀ ਜੀ ਹਲਕਾ ਬਦਲਣਗੇ। ਰਾਜਨੀਤੀ ਦੀ ਗੱਲ ਕਰੀਏ, ਕਿੰਨੇ ਦੇਖ ਲਓ ਤੁਸੀਂ ਨਵਜੋਤ ਸਿੱਧੂ ਤੇ ਜਿਹੜਾ ਕੈਪਟਨ ਦਾ ਆਪਸੀ ਵਿਵਾਦ ਚੱਲ ਰਿਹਾ, ਕਿਵੇਂ ਦੇਖਦੇ ਹੋ ਪ੍ਰਧਾਨ ਜੀ? ਦੇਖੋ ਜੀ, ਵਿਵਾਦ ਕੋਈ ਨਹੀਂ, ਆਪਸੀ ਸੋਚ ਦੇ ਫਰਕ ਹੁੰਦੇ ਆ। ਸਾਡੀ ਇੱਕ ਡੈਮੋਕ੍ਰੈਟਿਕ ਪਾਰਟੀ ਹੈ, ਅਸੀਂ ਕਿਸੇ ਨੂੰ ਵੀ ਗੁੱਠੇ ਥੱਲੇ ਜਾਂ ਗਲਾ ਘੋਟ ਕੇ ਨਹੀਂ ਰੱਖਦੇ ਹੁੰਦੇ। ਸਾਡੀ ਪਾਰਟੀ 'ਚ ਕੋਈ ਵੀ ਬੰਦਾ ਆਪਦੀ ਜਿਹੜੀ ਗੱਲ ਹੈ ਉਹ ਪਾਰਟੀ ਲੀਡਰਸ਼ਿਪ ਨੂੰ ਦੱਸ ਸਕਦਾ, ਤਾਂ ਦੋਨਾਂ ਦੇ ਜਿਹੜੇ ਆਪਦੇ ਸੋਚ ਆਪਦੇ ਬਿਆਨ ਨੇ ਉਹ ਪੇਸ਼ ਕਰ ਰਹੇ ਨੇ, ਤੇ ਉਹਦੇ ਉੱਤੇ ਸੋਨੀਆ ਜੀ ਸਾਰਾ ਧਿਆਨ ਦੇ ਰਹੇ ਆ, ਸਾਡੇ ਸੀਨੀਅਰ ਲੀਡਰਸ਼ਿਪ ਦੀ ਨੋਟਿਸ 'ਚ ਹੈਗਾ, ਸਾਰਿਆਂ ਨੇ ਆਪਦੇ ਸੁਝਾਅ ਦਿੱਤੇ ਹੈ। ਸੋ ਅੱਗੇ ਪਾਰਟੀ ਲਈ, ਪੰਜਾਬ ਲਈ ਜੋ ਵੀ ਬੈਸਟ ਹੋਊਗਾ, ਜੋ ਸਾਨੂੰ ਲੱਗੂਗਾ ਸਾਡੀ ਲੀਡਰਸ਼ਿਪ ਨੂੰ ਵੀ ਇਹ ਬੈਸਟ ਹੈ, ਜਿਹੜਾ ਪੰਜਾਬ ਨੂੰ ਵੀ ਫਾਇਦਾ ਦੇ ਸਕਦਾ ਤੇ ਪਾਰਟੀ ਨੂੰ ਵੀ ਫਾਇਦਾ ਦੇ ਸਕਦਾ, ਉਹ ਫੈਸਲਾ ਲੈਣਗੇ। ਤੇ ਆਮ ਸ਼ੋਰ ਜੋ ਫੈਸਲਾ ਲੈਣਗੇ ਬਿਲਕੁਲ ਸਹੀ ਲੈਣਗੇ। ਬੜੀ ਸਮੱਸਿਆ ਹੈਗੀ, ਹਜੇ ਵੀ ਜਿਹੜੇ ਹੈਗੇ ਕੰਡੇ ਕਈ ਟੁੱਟੇ ਹੋਏ ਨੇ, ਕੰਮ ਪ੍ਰੋਪਰ ਹੋ ਨਹੀਂ ਰਿਹਾ, ਤੇ ਜਦੋਂ ਮੌਨਸੂਨ ਆਉਂਦੀ ਹੈ ਤਾਂ ਹਿਮਾਚਲ 'ਚ ਪਾਣੀ ਆਉਂਦਾ, ਘੱਗਰ ਜ਼ਿਆਦਾ ਨੁਕਸਾਨ ਹੈ। ਦੇਖੋ ਜੀ, ਘੱਗਰ ਦੀ ਅਗਰ ਗੱਲ ਕਰੀਏ, ਘੱਗਰ ਦੀ ਦਿੱਕਤ ਕੋਈ ਉਰੇ ਪੁਰਾਣੀ ਨਹੀਂ, ਮਤਲਬ ਸੈਂਕੜੋਂ 100 ਸਾਲ ਪੁਰਾਣੀ ਇਹ ਦਿੱਕਤ ਹੋਣੀ ਹੈ। ਅੱਜ ਤੱਕ ਕਿਸੇ ਨੇ ਵੀ ਇਹਨੂੰ ਹੱਥ ਨਹੀਂ ਸੀ ਪਾਇਆ, ਕਿਉਂਕਿ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ। ਘੱਗਰ ਦਾ ਜਦੋਂ ਵੀ ਤੁਸੀਂ ਕੰਮ ਛੇੜਨਾ ਤਾਂ ਕਰੋੜਾਂ ਰੁਪਈਆ ਤਾਂ ਉਹਦੇ ਅੰਦਰ ਕੋਈ ਮਾਇਨੇ ਹੀ ਨਹੀਂ ਰੱਖਦਾ, ਤੇ ਆਮ ਤੌਰ ਤੇ ਉਸੇ ਗੱਲ ਦਾ ਮਾਰਾ ਕੋਈ ਲੀਡਰ ਹੱਥ ਨਹੀਂ ਸੀ ਪਾਉਂਦਾ। ਜਦੋਂ ਪਹਿਲਾਂ ਵੀ ਮੇਰੇ ਖਿਆਲ ਨਾਲ 100 ਤੋਂ ਵੀ ਵੱਧ ਕਰੋੜ ਰੁਪਏ ਦੀ ਲਾਗਤ ਨਾਲ, ਸ਼ਾਇਦ 160 ਕੇ 70 ਰੁਪਏ, ਮੈਨੂੰ ਐਗਜ਼ੈਕਟ ਨਹੀਂ ਯਾਦ, ਬਟ ਸ਼ਾਇਦ 107 ਕੇ 170 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਜਦੋਂ ਬਣਵਾਇਆ ਸੀ, ਉਦੋਂ ਵੀ ਬੀਬੀ ਭੱਠਲ ਨਹੀਂ ਬਣਵਾਇਆ ਸੀ, ਉਦੋਂ ਵੀ ਕੋਈ ਹੱਥ ਨਹੀਂ ਸੀ ਪਾਉਂਦਾ ਵੀ ਜਦੋਂ ਉਹਨੂੰ ਇਹ ਪੂਰਾ ਹੋਣਾ ਉਦੋਂ ਨੂੰ ਸਰਕਾਰ ਬਦਲ ਜੂ, ਕ੍ਰੈਡਿਟ ਦੂਜੀ ਸਰਕਾਰ ਲੈ ਜੂ। ਹੋਇਆ ਵੀ ਉੱਦਾਂ ਹੀ, ਪ੍ਰੋਜੈਕਟ ਅਪਰੂਵ ਅਸੀਂ ਕਰਾਇਆ, ਪੇਮੈਂਟ ਅਸੀਂ ਲਿਆਂਦੀ, ਪੈਸੇ ਅਸੀਂ ਦਿੱਤੇ, ਕੰਮ ਅਸੀਂ ਸ਼ੁਰੂ ਕਰਾਇਆ, ਪਰ ਉਹ ਮੁਕੰਮਲ ਅਕਾਲੀ ਦਲ ਦੀ ਸਰਕਾਰ 'ਚ ਹੋ ਗਿਆ, ਉਹ ਇਕੱਲਾ ਪੱਥਰ ਲਾ ਕੇ ਮੁੜ ਕੇ ਇਹਦਾ ਕ੍ਰੈਡਿਟ ਲੈਂਦੇ ਫਿਰਦੇ ਆ। ਪਰ ਸਾਨੂੰ ਦੁੱਖ ਦੀ ਇਹ ਗੱਲ ਹੈ ਵੀ ਉਸ ਤੋਂ ਬਾਅਦ 10 ਸਾਲ ਸਾਡੀ ਅਕਾਲੀ ਦਲ ਦੀ ਸਰਕਾਰ ਰਹੀ ਹੈ, ਵੱਡੇ ਲੀਡਰ ਰਹੇ ਨੇ, ਕਿਉਂਕਿ ਜਿਵੇਂ ਮੈਂ ਦੱਸਿਆ ਮਹਿੰਗਾ ਪ੍ਰੋਜੈਕਟ ਹੈ, ਕੋਈ ਛੋਟਾ ਲੀਡਰ ਤਾਂ ਹੱਥ ਪਾ ਨਹੀਂ ਸਕਦਾ, ਇਹਦੇ ਲਈ ਕੋਈ ਵੱਡਾ ਕੈਬਨਿਟ ਦੇ ਵਿੱਚ ਬੈਠਾ ਲੀਡਰ ਹੀ ਹੱਥ ਪਾ ਸਕਦਾ। ਤਾਂ ਸਾਡੇ ਕੋਲ ਤਾਂ ਵਿੱਤ ਮੰਤਰੀ ਰਿਹਾ, ਤੇ ਹੱਥ ਹੀ ਨਿਕਲ ਗਿਆ ਸੀ, ਥੋੜੀ ਜਿਹੀ ਪੂੰਛ ਬਚੀ ਸੀ, ਅਗਰ ਉਹ ਵੀ ਨਾਲ ਕੱਢ ਦਿੰਦੇ ਤੁਸੀਂ ਦੇਖੋਗੇ ਜਿੱਥੇ ਤੱਕ ਸਾਡੀ ਕਾਂਗਰਸ ਪਾਰਟੀ ਬਣਾ ਗਈ ਉੱਥੇ ਤੱਕ ਖੜਾ, 1 ਇੰਚ ਵੀ ਘੱਗਰ ਉਸ ਤੋਂ ਅੱਗੇ ਵਧਿਆ ਨਹੀਂ, ਹਾਲਾਂਕਿ ਥੋੜੇ ਜਿਹੇ 2-4 ਪਿੰਡ ਹੀ ਰਹਿੰਦੇ ਆ ਕਵਰ ਕਰਨੇ, ਜਿਹਦੇ ਕਰਕੇ ਸਾਰੀ ਮਾਰ ਅੱਗੇ ਵੱਧ ਪੈ ਰਹੀ ਹੈ, ਜਿਹੜਾ ਉਹ ਪਿੱਛੋਂ ਪਾਣੀ ਵਾਪਸ ਹੋ ਕੇ ਆ ਜਾਂਦਾ ਹੈ। ਐਤਕੀ ਸਾਡੀ ਉਮੀਦ ਸੀਗੀ ਕਿ ਚਲੋ ਅਕਾਲੀ ਦਲ ਨੇ ਤਾਂ ਕਰਾਇਆ ਨਹੀਂ, ਅਸੀਂ ਇਹਨੂੰ ਕੱਢਾਂਗੇ, ਪਰ ਐਤਕੀ ਅਨਫੋਰਚੂਨੇਟਲੀ ਅਸੀਂ ਵੀ ਕੈਬਨਿਟ ਦੇ ਵਿੱਚ ਨਹੀਂ ਹਾਂ, ਤੇ ਚਲੋ ਲੋਕਾਂ ਦਾ ਜੋ ਫੈਸਲਾ ਸੀ ਫਤਵਾ, ਤਾਂ ਉਹ ਕੈਬਨਿਟ 'ਚੋਂ ਪੈਸਾ ਇੰਨਾ ਵੱਡਾ ਲੈ ਕੇ ਆਉਣਾ ਉਹਦੇ ਅੰਦਰ ਬੜੀ ਦਿੱਕਤ ਆਉਂਦੀ ਹੈ। ਬਟ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ, ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਟਾਈਮ 'ਤੇ ਇਹਦੀ ਸਫਾਈ ਕਰਾ ਦਿੱਤੀ ਜਾਵੇ, ਜਿਹੜੀ ਇਹਦੀ ਸਟਰੈਂਥਨਿੰਗ ਆਫ ਬੈਂਕਸ ਹੈਗੀ ਹੈ ਉਹਦੇ ਲਈ ਇੱਕ ਪ੍ਰੋਜੈਕਟ ਸਾਡਾ ਆਲਰੇਡੀ ਗਿਆ ਹੋਇਆ, ਤਾਂ ਉਮੀਦ ਹੈ ਜਲਦੀ ਉਸ 'ਤੇ ਸਾਨੂੰ ਸੈਂਕਸ਼ਨ ਆਊਗੀ। ਕਿਸਾਨ ਇਹ ਕਹਿ ਰਹੇ ਨੇ ਵੀ ਜਿਹੜਾ ਹੁਣ ਕੀ ਹਾਲਾਤ ਨੇ, ਘੱਗਰ ਦੇ ਬੰਨ੍ਹ ਟੁੱਟੇ ਹੋਏ ਨੇ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਬਣਾਇਆ ਜਾ ਰਿਹਾ। ਮਨਰੇਗਾ ਵਾਲੇ ਲਾਉਂਦੇ ਆ, ਉਹਨਾਂ ਨੂੰ ਵੀ ਬੜੀਆਂ ਪਰੇਸ਼ਾਨੀਆਂ, ਪਿੱਛੇ ਦੀ ਸਟੋਰੀ ਵੀ ਚਲਾਈ ਹੈ ਘੱਗਰ ਦੀ, ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ। ਪ੍ਰਸ਼ਾਸਨ ਤੇ ਕਿਸ ਤਰ੍ਹਾਂ ਤੁਸੀਂ ਨਹੀਂ, ਮੈਂ ਉਹੀ ਕਹਿ ਰਿਹਾ ਨਾ ਜੀ, ਦੇਖੋ ਅਲਟੀਮੇਟਲੀ ਹਰ ਚੀਜ਼ ਕਰਨ ਲਈ ਪੈਸਾ ਚਾਹੀਦਾ,
ਠੀਕ ਹੈ ਨਾ। ਤੁਸੀਂ ਕਿਉਂਕਿ ਕੱਲੀ ਮਿੱਟੀ ਨਾਲ ਵੀ ਕੰਮ ਨਹੀਂ ਸਰਨਾ, ਇਹਦੇ ਅੰਦਰ ਬੈਟਰ ਇਹ ਹੈ ਜੇ ਥੋੜੀ ਜਿਹੀ ਟੈਕਨੋਲੋਜੀ ਆਪਾਂ ਅਪਗ੍ਰੇਡ ਕਰਕੇ ਪ੍ਰੋਪਰ ਜਾਲ ਪਾ ਕੇ ਉੱਤੇ ਥੋੜਾ ਜਿਹਾ ਪੱਕਾ ਮਟੀਰੀਅਲ ਪਾਇਆ ਜਾਵੇ। ਨਹੀਂ, ਉਹ ਟੈਕਨੋਲੋਜੀ ਤਾਂ ਹੈਗੀ ਆ, ਉਹਦੇ ਲਈ ਫੰਡਸ ਦੀ ਜ਼ਰੂਰਤ ਹੈ। ਟੈਕਨੋਲੋਜੀ ਤਾਂ ਅੱਜ ਵੀ ਹੈਗੀ ਹੈ ਵੀ ਆਪਾਂ ਥੋੜਾ ਜਿਹਾ ਬੈਟਰ ਉਹਦੇ ਅੰਦਰ ਸਮਾਨ ਪਾ ਦਈਏ, ਕਿਉਂਕਿ ਮਿੱਟੀ ਪਾ ਦਿੰਦੇ ਆ ਰੁੜ ਜਾਂਦੀ ਹੈ, ਰੁੜ ਜਾਂਦੀ ਹੈ, ਠੀਕ ਹੈ ਨਾ। ਬਟ ਬੈਟਰ ਹੈ ਤਾਂ ਉਹਦੇ ਲਈ ਸਾਡੀ ਜਿਹੜੀ ਰਿਕੁਆਇਰਮੈਂਟ ਗਈ ਹੋਈ ਹੈ ਉਹ ਗਈ ਹੋਈ ਹੈ ਵੀ ਜਿਵੇਂ ਮੈਂ ਪਹਿਲਾਂ ਕਿਹਾ ਸਟਰੈਂਥਨਿੰਗ ਆਫ ਬੈਂਕਸ, ਵੀ ਜਿਹੜੀ ਇਹਦੀ ਕਿਨਾਰੀਆਂ ਨੇਗੀਆਂ ਉਹਨਾਂ ਨੂੰ ਤਕੜਾ ਕਰਨ ਲਈ ਇੱਕ ਪ੍ਰੋਜੈਕਟ ਆਲਰੇਡੀ ਸਰਕਾਰ ਕੋਲੇ ਗਿਆ ਹੋਇਆ ਜਿਹਨੂੰ ਅਸੀਂ ਰੈਗੂਲਰਲੀ ਫੋਲੋ ਕਰ ਰਹੇ ਹਾਂ। ਪਰ ਦਿੱਕਤ ਉੱਥੇ ਹੀ ਆ ਜਾਂਦੀ ਹੈ ਜੇ ਅਸੀਂ ਕੈਬਨਿਟ ਦੇ ਵਿੱਚ ਬੈਠੇ ਹੁੰਦੇ ਤਾਂ ਉਹ ਜਾਂਦਾ ਬਾਅਦ ਚੋਂ ਅਪਰੂਵ ਪਹਿਲਾਂ ਹੋ ਕੇ ਆ ਜਾਂਦਾ। ਅੱਜ ਅਸੀਂ ਕੈਬਨਿਟ ਤੋਂ ਬਾਹਰ ਬੈਠੇ ਹਾਂ ਤਾਂ ਸਾਨੂੰ ਬਾਹਰੋਂ ਰਿਕੁਐਸਟਾਂ ਕਰਨੀਆਂ ਪੈਂਦੀਆਂ ਨੇ, ਬਟ ਸਾਨੂੰ ਫਿਰ ਵੀ ਵਿਸ਼ਵਾਸ ਦਿਵਾਇਆ ਵਿੱਤ ਮੰਤਰਾਲੇ ਨੇ ਕਿ ਉਹਦੇ ਲਈ ਗ੍ਰਾਂਟ ਜਲਦੀ ਆਊਗੀ। ਜਦੋਂ ਆ ਜੇ ਤਾਂ ਉਹਦੇ ਨਾਲ ਫਿਰ ਇਹ ਸਾਰਾ ਜਿਹੜਾ ਸਟਰੈਂਥਨ ਹੋ ਜਾਊਗਾ ਇਹਦਾ ਜਿਹੜਾ ਬੈਂਕ ਹੈ। ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਚੱਲੇ? 2022 ਦੀਆਂ ਚੋਣਾਂ ਆ ਗਈਆਂ ਕਿ ਲਹਿਰੇ ਤੋਂ ਬੀਬੀ ਜੀ ਲੜਨਗੇ? ਦੇਖੋ ਜੀ, ਲਹਿਰਾ ਗਾਗਾ ਬੀਬੀ ਜੀ ਦੀ ਦਿਲ 'ਚ ਵੱਸਦਾ ਹੈ, ਬੀਬੀ ਜੀ ਦੀ ਰੂਹ ਹੈ, ਬੀਬੀ ਜੀ ਬਿਲਕੁਲ ਲਹਿਰੇ ਗਾਗੇ ਤੋਂ ਚੋਣ ਲੜਨਗੇ। ਮੈਨੂੰ ਥੋੜ੍ਹੀ ਜਿਹੀ ਨਾਰਾਜ਼ਗੀ ਹੈ ਵੀ ਇਹ ਸਵਾਲ ਉੱਠਦਾ ਹੀ ਕਿਉਂ ਹੈ, ਕਿਉਂਕਿ ਪਹਿਲੀ ਵਾਰੀ ਉੱਠਿਆ ਚਲੋ ਮੰਨਿਆ, ਕਹਿੰਦੇ ਨਾ ਇੱਕ ਵਾਰੀ ਮੈਨੂੰ ਕਮਲਾ ਬਣਾਤਾ ਤੇਰੀ ਗਲਤੀ ਹੈ, 2 ਵਾਰੀ ਮੈਨੂੰ ਕਮਲਾ ਬਣਾਤਾ ਤਾਂ ਮੇਰੀ ਗਲਤੀ ਹੈ। ਇਹ ਤਾਂ 1 ਨਹੀਂ 2 ਨਹੀਂ 3 ਨਹੀਂ ਕਿੰਨੀ ਵਾਰ ਹੋ ਚੁੱਕਿਆ। ਹਰ ਵਾਰ ਇਹ ਇੱਕ ਜੰਜੂਆ ਛੱਡਿਆ ਜਾਂਦਾ ਹੈ ਕਿ ਬੀਬੀ ਜੀ ਹਲਕਾ ਬਦਲਣਗੇ, ਉਹਦੇ ਤੇ ਲੋਕ ਵਿਸ਼ਵਾਸ ਕਰਕੇ ਉਹਨੂੰ ਲੈ ਲੈਂਦੇ ਆ, ਮੁੜ ਕੇ ਅਸੀਂ ਉਹਨੂੰ ਗਲਤ ਸਾਬਤ ਕਰਦੇ ਆ ਇੱਥੋਂ ਲੜ ਕੇ। ਤੇ ਉਹ ਕਿੰਨੀ ਕੁ ਵਾਰੀ ਮਤਲਬ ਬੰਦੇ ਨੂੰ ਆਪਦੀ ਸਬੂਤ ਦੇਣਾ ਪਊਗਾ ਇਮਾਨਦਾਰੀ ਦਾ ਜਾਂ ਆਪਦੇ ਪਿਆਰ ਦਾ, ਦਿਲ ਖੋੜ ਕੇ ਪਾੜਨਾ ਰਹਿ ਗਿਆ। ਬਾਕੀ ਤਾਂ ਅਸੀਂ ਹਰ ਪਾਸੇ ਦਿਖਾਤਾ ਵੀ ਲਹਿਰੇ ਦੇ ਨਾਲ ਖੜੇ ਆ। ਅਸੀਂ ਤਾਂ ਉਸ ਮੌਕੇ ਲਹਿਰਾ ਨਹੀਂ ਛੱਡਿਆ ਜਦੋਂ ਸਾਨੂੰ ਦਿਖਦਾ ਸੀ ਵੀ ਅੱਗੇ ਸਾਡੀ ਸਰਕਾਰ ਬਣਨ ਵਾਲੀ ਹੈ, ਵੱਡੀ ਤਾਕਤ ਆਉਣ ਵਾਲੀ ਹੈ। ਸਾਡੇ ਕੋਲੇ ਚੁਣਨਾ ਸੀ, ਸਾਨੂੰ ਪਾਰਟੀ ਵੀ ਲੋਕ ਵੀ ਸਾਰੇ ਕਹਿ ਰਹੇ ਸੀ ਹਲਕਾ ਬਦਲੋ, ਹਲਕੇ ਦੇ ਲੋਕ ਕਹਿ ਰਹੇ ਸੀ ਸਾਡੇ ਹਲਕੇ 'ਚ ਆ ਜਾਓ। ਸਾਡੇ ਕੋਲੇ ਚੋਇਸ ਸੀ ਵੀ ਇੱਕ ਪਾਸੇ ਸੱਤਾ ਹੱਥ ਤੇ ਖੜੀ ਪਈ ਹੈ, ਅਸੀਂ ਉਹ ਲਈਏ ਕਿ ਆਪਦੇ ਇਲਾਕੇ ਨਾਲ ਖੜ ਕੇ ਰਿਸਕ ਲਈਏ, ਤੇ ਅਸੀਂ ਆਪਦੇ ਇਲਾਕੇ ਨਾਲ ਖੜਨਾ ਪਸੰਦ ਕਰਿਆ, ਸੱਤਾ ਤੋਂ ਬਾਹਰ ਰਹਿਣਾ ਪਸੰਦ ਕਰਿਆ। ਸੋ ਜਦੋਂ ਉਦੋਂ ਨਹੀਂ ਅਸੀਂ ਭੱਜੇ ਤਾਂ ਹੁਣ ਹਲਕੇ ਤੋਂ ਕਦੋਂ ਭੱਜਾਂਗੇ? ਇਹ ਜਿਹੜੀ ਭੱਜਣ ਦੀਆਂ ਪਰੰਪਰਾ ਨੇ ਇਹ ਕੁਝ ਹੋਰ ਪਰਿਵਾਰ ਨੇ ਉਹਨਾਂ ਦੀਆਂ ਨੇ, ਚਾਹੇ ਉਹ ਅੱਤਵਾਦ ਦੇ ਸਮੇਂ ਭੱਜ ਗਏ ਹੋਣ, ਚਾਹੇ ਉਹ ਆਪਦੀ ਪਰਿਵਾਰ ਨੂੰ ਛੱਡ ਕੇ ਭੱਜ ਗਏ ਹੋਣ, ਹਲਕੇ ਛੱਡ ਕੇ ਭੱਜ ਗਏ ਹੋਣ। ਇਹ ਬੀਬੀ ਭੱਠਲ ਦੇ ਵਿੱਚ ਨਹੀਂ, ਅਸੀਂ ਲਹਿਰੇ ਤੋਂ ਹੀ ਚੋਣ ਲੜਾਂਗੇ।